ਸੋ ਉਹੀ ਜੋਤੀਆਂ ਭਵ ਸਾਗਰ ਵਿੱਚ ਰਹਿ ਰਹੀਆਂ ਨੇ। ਭਵ ਸਾਗਰ ਵਾਲੇ ਭੰਨਣ ਘਾੜਨ ਦੇ ਵਿੱਚ ਨੇ। ਉਹ ਮਾਇਆ ਨੂੰ ਵੀ ਸੱਚ ਮੰਨੀ ਜਾਂਦੇ ਆ, ਆਪਣੇ ਆਪ ਤਾਂ ਹੈ ਹੀ ਸੱਚ। ਖੁਦ ਨੂੰ ਪਛਾਣਦਾ ਨਹੀਂ ਹੈ, ਪਰ ਜਿੱਦਣ ਇਹਨੇ ਖੁਦ ਆਪਣੇ ਆਪ ਨੂੰ ਪਛਾਣ ਲਿਆ ਫਿਰ ਇਸ ਨੂੰ ਪਤਾ ਵੀ ਲੱਗ ਜਾਣਾ। ਜਿਵੇਂ ਰਾਮਕਲੀ ਰਾਗ ਦੇ ਅੰਦਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ 929 ਪੰਨੇ ਦੇ ਉੱਪਰ, ਦੱਖਣੀ ਓਅੰਕਾਰ ਦੀ ਗੁਰਬਾਣੀ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਰਮੈ, ਓਅੰਕਾਰ ਸ਼ਬਦੀ ਉਦਰੇ, ਓਅੰਕਾਰ ਗੁਰਮੁਖ ਤਰੇ, ਓਨਮ ਅਖਰ ਤਿਰਭਵਨ ਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖੀ ਗੋਪਾਲਾ। ਕਿ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਨੇ, ਰਾਰੇ ਨੂੰ ਸਿਹਾਰੀ ਹੈ ਇੱਥੇ, ਓਅੰਕਾਰ ਦੇ ਦੁਆਰਾ, ਓਅੰਕਾਰ ਦੇ ਰਾਹੀਂ, ਜੋਤੀ ਦੇ ਰਾਹੀਂ ਜੋਤ ਪੈਦਾ ਹੋਈ ਹੈ। ਬ੍ਰਹਮਾ ਜੋਤ ਹੈ, ਮਨ ਹੈ, ਉਤਪਤੀ ਕੀਤੀ ਹੈ। ਜਿਵੇਂ ਸੱਚਖੰਡ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ, ਉਹ ਵੀ ਸ਼ੁੱਧ ਜੋਤਾਂ ਨੇ। ਇਸੇ ਤਰ੍ਹਾਂ ਜਿਹੜਾ ਸਾਡੇ ਅੰਦਰ ਪ੍ਰਾਤਮਾ ਹੈ, ਸਾਡੀ ਪ੍ਰਾਤਮਾ ਨੇ ਬ੍ਰਹਮ ਹੈ, ਬ੍ਰਹਮ ਨੇ ਬ੍ਰਹਮਾ ਪੈਦਾ ਕਰ ਲਿਆ, ਮਨ ਪੈਦਾ ਕਰ ਲਿਆ। ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ। ਹੁਣ ਇੱਥੇ ਜਿਹੜਾ ਓਅੰਕਾਰ ਸ਼ਬਦ ਦੇ ਰਾਰੇ ਨੂੰ ਔਂਕੜ, ਇਹ ਹੈ ਸੱਚਖੰਡ। ਹੁਕਮ ਨੇ ਕੀ ਕੀਤਾ? ਉਹਨੇ ਆਪਣਾ ਚਿੱਤ ਪੈਦਾ ਕੀਤਾ। ਅਸੀਂ ਆਪਣਾ ਮਨ ਪੈਦਾ ਕੀਤਾ, ਉਹਨਾਂ ਦਾ ਚਿੱਤ ਹੈ। ਭਾਵ ਕਿ ਉਹਨਾਂ ਦਾ ਸ਼ੁੱਧ ਦੇਹੀ ਹੈ, ਸਾਡੀ ਝੂਠੀ ਦੇਹੀ ਹੈ। ਉਹ ਅਕਾਲ ਮੂਰਤ ਹੈ, ਅਸੀਂ ਕਾਲ ਮੂਰਤ ਹਾਂ। ਓਅੰਕਾਰ ਸੈਲ ਜੁਗ ਪਏ, ਉਸ ਹੁਕਮ ਨੇ ਇਹ ਮਾਇਆ ਦੇ ਯੁੱਗ ਬਣਾਏ। 3 ਯੁੱਗ ਨੇ ਮਾਇਆ ਦੇ, ਚੌਥਾ ਯੁੱਗ ਹੈ ਜਿਹੜਾ ਸਤਿਯੁੱਗ ਆ, ਮਾਇਆ ਤੋਂ ਬਾਹਰ ਹੈ ਗੁਰਬਾਣੀ ਮੁਤਾਬਕ। ਪਰ ਜੋ ਸਾਡੀ ਪ੍ਰਚਲਿਤ ਵਿਚਾਰਧਾਰਾ ਹੈ ਉਹਦੇ ਮੁਤਾਬਕ ਸਤਿਯੁੱਗ ਵੀ ਇੱਥੇ ਹੋਇਆ। ਉਹ ਚਾਰੇ ਯੁੱਗ ਮਾਇਆ 'ਚ ਗਿਣਦੇ ਆ, ਪਰ ਇੱਕੋ ਹੀ ਇੱਕ ਗੁਰਬਾਣੀ ਹੈ ਜਿਹੜੀ 3 ਯੁੱਗ ਮਾਇਆ ਦੇ ਗਿਣਦੀ ਹੈ, ਚੌਥਾ ਯੁੱਗ ਮਾਇਆ ਤੋਂ ਬਾਹਰ ਗਿਣਦੀ ਹੈ। ਕਿਉਂਕਿ ਚੌਥੇ ਯੁੱਗ ਦੇ ਅੰਦਰ ਤਾਂ ਇਹ ਘਟਨਾ ਘਟਦੀਆਂ ਨੇ, ਸਤਿਯੁੱਗ ਤਾਂ ਸਦਾ ਹੀ ਰਹਿੰਦਾ, ਭਾਵੇਂ ਰਚਨਾ ਹੋਵੇ ਭਾਵੇਂ ਨਾ ਹੋਵੇ, ਸਤਿਯੁੱਗ ਰਹਿਣਾ ਹੀ ਰਹਿਣਾ, ਸੱਚ ਤਾਂ ਸਦਾ ਹੀ ਰਹਿੰਦਾ। ਸੱਚਖੰਡ ਦੇ ਅੰਦਰ ਵਾ ਸਤਿਯੁੱਗ ਦੇ ਅੰਦਰ ਹੀ 3 ਇਹ ਅਵਸਥਾਵਾਂ ਨੇ, ਤ੍ਰੇਤਾ, ਦੁਆਪਰ ਤੇ ਕਲਯੁੱਗ। ਸੈਲ ਜੁਗ ਪਏ ਓਅੰਕਾਰ ਵੇਦ ਨਰਮੈ। ਫਿਰ ਓਅੰਕਾਰ ਨੇ ਕੀ ਕੀਤਾ? ਸ਼ਬਦ ਨੇ ਕੀ ਕੀਤਾ? ਗਿਆਨ ਪੈਦਾ ਕੀਤਾ। ਸ਼ਬਦ ਚੋਂ ਹੀ ਗਿਆਨ ਪੈਦਾ ਹੁੰਦਾ। ਕੋਈ ਧੁਨੀ ਹੈ, ਉਹ ਵੀ ਇੱਕ ਸ਼ਬਦ ਹੈ। ਉਹਦੇ ਚੋਂ ਸਾਨੂੰ ਪਤਾ ਲੱਗਦਾ ਵੀ ਇਹ ਆਵਾਜ਼ ਕਿਹਦੀ ਹੈ, ਸ਼ਬਦ ਹੈ। ਸ਼ਬਦ ਕੰਨਾਂ ਦਾ ਵਿਸ਼ਾ ਹੈ। ਜਿਹੜਾ ਗੁਰ ਸ਼ਬਦ ਹੈ ਉਹ ਗਿਆਨ ਇੰਦਰੀ ਦੀ ਪਕੜ 'ਚ ਆਉਂਦਾ। ਜਿਹੜਾ ਗੁਰੂ ਸ਼ਬਦ ਹੈ ਉਹ ਸਾਡੀ ਸੁਰਤ ਦਾ ਵਿਸ਼ਾ ਹੈ, ਜਿਹਨੂੰ ਸ਼ਬਦ ਗੁਰੂ ਆਖੇ। ਉਹ ਕੰਨਾਂ ਨੂੰ ਨਹੀਂ ਸੁਣਦਾ, ਉਹਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਉਹਨੂੰ ਸਪਰਸ਼ ਨਹੀਂ ਕੀਤਾ ਜਾ ਸਕਦਾ, ਉਹਨੂੰ ਫੜਿਆ ਨਹੀਂ ਜਾ ਸਕਦਾ। ਉਹ ਸਾਡਿਆਂ ਗਿਆਨ ਇੰਦਰੀਆਂ ਦੀ ਪਕੜ ਤੋਂ ਬਹੁਤ ਦੂਰ ਹੈ। ਜਿਹੜਾ ਗੁਰ ਕਾ ਸ਼ਬਦ ਹੈ, ਗੁਰ ਦਾ ਸ਼ਬਦ ਹੈ, ਗੁਰ ਕਾ ਸ਼ਬਦ ਹੈ, ਗੁਰ ਕੇ ਚਰਨ ਨੇ, ਉਹ ਪਕੜ 'ਚ ਆਉਂਦੇ ਆ। ਗੁਰਬਾਣੀ ਨੂੰ ਅਸੀਂ ਪਕੜ 'ਚ ਲੈਂਦੇ ਹਾਂ। ਗੁਰਬਾਣੀ ਸਾਡੀ ਸੁਣਨ ਸ਼ਕਤੀ ਦੇ ਵਿੱਚ ਆਉਂਦੀ ਹੈ। ਗੁਰਬਾਣੀ ਨੂੰ ਅੱਖਾਂ ਨਾਲ ਵੇਖਿਆ ਜਾ ਸਕਦਾ, ਪਰ ਬਾਣੀ ਨਹੀਂ ਵੇਖੀ ਜਾਂਦੀ। ਬਾਣੀ ਕੰਨਾਂ ਦਾ ਵਿਸ਼ਾ ਨਹੀਂ ਹੈ, ਬਾਣੀ ਸੁਰਤ ਦਾ ਵਿਸ਼ਾ ਹੈ। ਅੱਖੀਂ ਵਾਜੋਂ ਵੇਖਣਾ, ਬਿਨ ਕੰਨੀ ਸੁਣਨਾ। ਉਹ ਬਿਨਾਂ ਕੰਨਾਂ ਤੋਂ ਸੁਣਦੀ ਹੈ, ਉਹ ਅੱਖਾਂ ਤੋਂ ਬਿਨਾਂ ਵੇਖਦਾ ਹੈ। ਉਹ ਗੁਰੂ ਹੈ, ਉਹ ਬਾਣੀ ਹੈ, ਉਹ ਸ਼ਬਦ ਹੈ, ਉਹ ਨਿਰੰਕਾਰ ਹੈ। ਉਹਨੂੰ ਸੁਣਨ ਵਾਸਤੇ ਉਹਦੇ ਵਰਗਾ ਬਣਨਾ ਪੈਂਦਾ ਹੈ। ਜਾਗਤੇ ਕੋ ਜਾਗਤਾ ਮਿਲੇ। ਗੁਰਬਾਣੀ ਸਾਨੂੰ ਜਗਾਉਂਦੀ ਹੈ। ਗੁਰਬਾਣੀ 'ਚ ਸਮਰੱਥਾ ਹੈ
ਜੇ ਸਾਨੂੰ ਗੁਰਬਾਣੀ ਸਹੀ ਸੁਣਨ ਲੱਗ ਜਾਵੇ ਤਾਂ ਅਸੀਂ ਜਾਗ ਸਕਦੇ ਹਾਂ। ਜਾਗੇ ਤੋਂ ਫਿਰ ਸਾਡਾ ਸੰਪਰਕ ਬਾਣੀ ਨਾਲ ਹੋਣਾ। ਸੋ ਓਅੰਕਾਰ ਵੇਦ ਨਿਰਮੈ, ਓਅੰਕਾਰ ਸ਼ਬਦੀ ਉਦਰੇ। ਪਾਤਸ਼ਾਹ ਕਹਿੰਦੇ ਜਿੰਨੇ ਵੀ ਇਸ ਭਵ ਸਾਗਰ ਦੇ ਵਿੱਚੋਂ ਸੁਖ ਸਾਗਰ ਵਿੱਚ ਜੋਤੀਆਂ ਗਈਆਂ ਨੇ ਉਹ ਸਾਰੀਆਂ ਹੀ ਸ਼ਬਦੀ ਦੱਦੇ ਨੂੰ ਸਿਹਾਰੀ ਹੈ ਕਿ ਉਹ ਜਿਹੜਾ ਹੁਕਮ ਹੈ ਉਸ ਹੁਕਮ ਦੇ ਉਪਦੇਸ਼ ਮੁਤਾਬਕ ਹੀ ਧਰੇ ਨੇ। ਆਹ ਗੁਰਬਾਣੀ ਸਾਡੇ ਕੋਲ ਉਪਦੇਸ਼ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਇਹ ਸਾਂਝਾ ਉਪਦੇਸ਼ ਹੈ, ਕੋਈ ਵੀ ਇਸ ਨੂੰ ਕਮਾ ਸਕਦਾ ਹੈ। ਅਸੀਂ ਉਪਦੇਸ਼ ਹੀ ਕਮਾਉਣਾ ਹੈ। ਗੁਰਬਾਣੀ ਦਾ ਉਪਦੇਸ਼ ਕਮਾਉਣ ਦੇ ਨਾਲ ਮਨ ਹੈ ਜਿਹੜਾ ਮਾਇਆ ਚੋਂ ਬਾਹਰ ਨਿਕਲ ਜਾਂਦਾ ਹੈ। ਮਨ ਮਾਇਆ ਚੋਂ ਮਰ ਜਾਂਦਾ ਹੈ, ਪਰ ਮਨ ਮਰੇ ਨੂੰ ਜਿਉਂਦਾ ਜਿਹੜਾ ਕਰਦਾ ਹੈ ਉਹ ਬਾਣੀ ਹੈ, ਉਹ ਸ਼ਬਦ ਹੈ। ਸ਼ਬਦ ਮਰੋ ਮਰੋ ਫੁਨ ਜੀਵੈ ਪੁਨਰਪ ਜਨਮ ਨਾ ਹੋਏ। ਫਿਰ ਦੁਬਾਰਾ ਭਵ ਸਾਗਰ ਚ ਨਹੀਂ ਆਉਂਦੀ ਜੋਤੀ। ਸ਼ਬਦ ਹੀ ਉਧਰ ਹੈ। ਪਤਾ ਨਹੀਂ ਕਿੰਨੇ ਕਹਿੰਦਾ ਉਧਾਰ ਹੋਇਆ। ਓਅੰਕਾਰ ਗੁਰਮੁਖ ਤਰੇ। ਓਅੰਕਾਰ ਦੁਆਰਾ ਹੁਕਮ ਦੁਆਰਾ ਹੀ ਜਿਹੜਾ ਗੁਰ ਹੈ ਸੁਗਿਆਨ ਪ੍ਰਾਪਤ ਹੁੰਦਾ ਹੈ। ਜਿਹੜਾ ਸਭ ਤੋਂ ਸ੍ਰੇਸ਼ਟ ਹੈ ਉਹ ਹੈ ਸ਼ਬਦ ਗੁਰੂ। ਉਹਦੇ ਨਾਲ ਹੀ ਜੀਵ ਆਤਮਾ ਤਰਦੀ ਹੈ, ਕਿਉਂਕਿ ਹੁਕਮ ਨੂੰ ਮਾਇਆ ਦਾ ਲੇਪ ਨਹੀਂ ਲੱਗਦਾ, ਤੇ ਜਿਹਨੇ ਹੁਕਮ ਦੀ ਸੰਗਤ ਕਰ ਲਈ ਉਹਨੂੰ ਵੀ ਮਾਇਆ ਦਾ ਲੇਪ ਨਹੀਂ ਲੱਗਦਾ, ਉਹ ਵੀ ਮਾਇਆ ਤੋਂ ਪਰੇ ਚਲਾ ਜਾਂਦਾ। ਓਨਮ ਅਖਰ ਤਿਰ ਭਵਨ ਸਾਰ। ਕਹਿੰਦੇ ਜਿਹੜਾ ਓਨਮ ਹੈ, ਓਅੰਗ ਹੈ, ਜਿਹੜਾ ਹੁਕਮ ਹੈ, ਉਹਨੂੰ ਮੇਰੀ ਨਮਸਕਾਰ ਹੈ। ਉਹ ਅਖਰ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਸਿੱਧ ਪੰਡਤ ਜੋਗੀ ਵਿਦਵਾਨ, ਉਹਨਾਂ ਨੂੰ ਉਹ ਦੱਸਦੇ ਹੈ ਕਿ ਵੀ ਤੂੰ ਕਿਹਨੂੰ ਨਮਸਕਾਰ ਕਰਦਾ। ਕਹਿੰਦੇ ਮੈਂ ਓ ਨਮ, ਮੇਰੀ ਨਮਸਕਾਰ ਉਸ ਹੁਕਮ ਦੇ ਅੱਗੇ ਹੈ। ਮੈਂ ਉਸ ਦੇ ਅੱਗੇ ਝੁਕਿਆ ਹੋਇਆ, ਮੈਂ ਹੁਕਮ ਦਾ ਅਨੁਸਾਰੀ ਹਾਂ। ਮੈਂ ਹੁਕਮੀ ਬੰਦਾ, ਹੁਕਮੀ ਬੰਦਾ ਹੋਏ ਕਿ ਸਾਹਿਬ ਦੇ ਹੁਕਮੇ ਵਿੱਚ ਰਹਿਣਾ। ਮੈਂ ਹੁਕਮੀ ਬੰਦਾ, ਮੈਂ ਹੁਕਮ ਦੀ ਗੁਲਾਮੀ ਕਰਦਾ, ਮੈਂ ਕਿਸੇ ਵਿਅਕਤੀ ਦੀ ਗੁਲਾਮੀ ਨਹੀਂ ਕਰਦਾ। ਪੰਜਵੇਂ ਪਾਤਸ਼ਾਹ ਵੀ ਕਹਿੰਦੇ ਆ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇੱਕ ਹੈ। ਮੈਂ ਆਪਣੇ ਆਪ ਨੂੰ ਭਾਗਿਆਵਾਨ ਸਮਝਦਾ ਹਾਂ ਕਿ ਮੇਰਾ ਇੱਕ ਹੈ ਉਸ ਸੱਚਖੰਡ ਦੇ ਨਾਲ। ਮੈਂ ਇੱਥੇ ਕਿਸੇ ਮਨੁੱਖ ਦੇ ਉੱਪਰ ਨਹੀਂ ਟੇਕ ਰੱਖਦਾ। ਮਨੁੱਖ ਸਮਰੱਥ ਨਹੀਂ ਹੋ ਸਕਦਾ, ਮੇਰੀ ਟੇਕ ਸਮਰੱਥ ਤੇ ਹੈ। ਉਹ ਨਾਮ ਅਖਰ, ਉਹ ਅਖਰ ਹੈ, ਉਹ ਖਰਦਾ ਨਹੀਂ ਹੈ, ਉਹਨੂੰ ਜਰਾ ਰੋਗ ਨਹੀਂ ਹੈ। ਹੁਕਮ ਖਤਮ ਨਹੀਂ ਹੁੰਦਾ। ਜਿੰਨਾ ਚਿਰ ਸ੍ਰਿਸ਼ਟੀ ਹੈ ਹੁਕਮ ਚੱਲੂਗਾ, ਜਦੋਂ ਸ੍ਰਿਸ਼ਟੀ ਨਹੀਂ ਫਿਰ ਗੁਪਤ ਹੈ। ਤਿਰਭਵਨ ਸਾਰ, ਇਹ ਜਿਹੜਾ ਤਿਰਭਵਨ ਹੈ, ਤੀਜਾ ਭਵਨ ਹੈ, ਇਹਦਾ ਸਾਰ ਤੱਤ ਹੁਕਮ ਹੈ। ਤੀਜੇ ਭਵਨ ਦੇ ਵਿੱਚ ਹੀ ਮੇਰੇ ਮਨਾ ਮਨੁੱਖਾ ਜੂਨੀ ਹੈ। ਤੇ ਜਿਹੜੀਆਂ ਪਿੱਛੇ ਤ੍ਰੈ ਭਵਨ, ਤਿੰਨੇ ਭਵਨ ਨੇ ਦੂਜੇ ਵੀ, ਉਹਨਾਂ ਦੇ ਵਿੱਚ ਵੀ ਸਾਰ ਹੁਕਮ ਹੀ, ਕਿਉਂਕਿ ਹੁਕਮ ਹੀ ਅੱਗੇ ਲੈ ਕੇ ਆਉਂਦਾ। ਤ੍ਰੇਤੇ ਵਿੱਚ ਵੀ ਹੁਕਮ ਹੀ ਸੀ, ਦੁਆਪਰ ਵਿੱਚ ਵੀ, ਹੁਣ ਵੀ। ਸਾਰ ਤਤ ਹੁਕਮ ਹੀ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਹੇ ਪਾਂਡੇ, ਹੇ ਮਨਾ, ਤੂੰ ਕਿਹੜੇ ਜੰਜਾਲ ਚ ਪੈ ਗਿਆ, ਤੂੰ ਕੀ ਆਲ ਜੰਜਾਲ ਲਿਖੀ ਜਾਂਦਾ। ਆਲ ਜੰਜਾਲ ਕੀ ਹੈ? ਆ ਜਿਹੜੀ ਬਾਹਰ ਸਰੀਰ ਦੀਂਦਾ ਕੱਪੜਾ, ਇਹਦੇ ਨਾਲ ਜੁੜਿਆ ਹੋਇਆ ਇਤਿਹਾਸ, ਇਹ ਜੰਜਾਲ ਹੈ। ਜਿੰਨਾ ਅਸੀਂ ਇਸ ਸਰੀਰ ਦਾ ਇਤਿਹਾਸ ਸੁਣਾਵਾਂਗੇ ਉਨਾ ਹੀ ਅਸੀਂ ਸਰੀਰ ਨਾਲ ਜੁੜਾਂਗੇ। ਗੁਰਬਾਣੀ ਦੇ ਵਿੱਚ ਇੱਕ ਵੀ ਪੰਗਤੀ ਨਹੀਂ ਕਿਹਾ ਸਰੀਰ ਨਾਲ ਜੁੜੋ। ਗੁਰਬਾਣੀ ਉਹਦੇ ਨਾਲ ਜੋੜਦੀ ਹੈ ਜਿਹਦਾ ਇਹ ਸਰੀਰ ਹੈ। ਹੇ ਮੇਰੇ ਮਨਾ, ਤੈਨੂੰ ਤਾਂ ਇਸ ਗੱਲ ਦੀ ਵੀ ਸੋਚੀ ਨਹੀਂ, ਤੂੰ ਤਾਂ ਇਹ ਸਰੀਰ ਮੰਨੀ ਬੈਠਾ। ਇਹਨੂੰ ਗੁਰਬਾਣੀ ਕੱਪੜਾ ਮੰਨਦੀ ਹੈ। ਸਰੀਰ ਹੈ ਜੋਤੀ, ਜੋਤੀ ਨੇ ਇਹ ਕੱਪੜਾ ਪਹਿਰਿਆ ਹੋਇਆ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਹੀ ਅੰਦਰ ਜਾਵਣਾ। ਇਹ ਤਾਂ ਦੁਨੀਆ 'ਚ ਰਹਿ ਜਾਣਾ। ਇੱਥੇ
ਇੱਥੋਂ ਹੀ ਮਿਲਿਆ, ਇੱਥੇ ਹੀ ਛੱਡ ਕੇ ਚਲੇ ਜਾਣਾ। ਪਰ ਜਿਹੜੀ ਜੋਤੀ ਆ ਉਹ ਇੱਥੋਂ ਦੀ ਨਹੀਂ, ਉਹ ਸੱਚਖੰਡ ਦੀ ਹੈ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਪਾਤਸ਼ਾਹ ਕਹਿੰਦੇ ਜੋਤ ਨੂੰ ਜਾਣੋ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਆਪਣੇ ਆਪ ਨੂੰ ਜਾਣ। ਨਾ ਪੁੱਛੋ ਜਾਤੀ, ਤੂੰ ਕਿਹਦੇ ਸਰੀਰ ਦੇ ਬਾਰੇ ਨਾ ਦੇਖ, ਤੂੰ ਕਿਸੇ ਸਰੀਰ ਨਾਲ ਨਾ ਜੋੜ। ਜੇ ਤੂੰ ਕਿਸੇ ਦੇ ਸਰੀਰ ਨਾਲ ਜੋੜੇਗਾ ਤਾਂ ਸਰੀਰ ਤਾਂ ਫਿਰ ਤੇਰੇ ਕੋਲ ਵੀ ਹੈਗਾ ਹੀ ਹੈ, ਔਰ ਉਹ ਸਰੀਰ ਤਾਂ ਇੱਕ ਦਿਨ ਇੱਥੇ ਹੀ ਰਹਿ ਜਾਣਾ, ਫਿਰ ਤੂੰ ਸਰੀਰ ਕਿੱਥੋਂ ਪਾਲੇਗਾ। ਪਰ ਜੇ ਤੂੰ ਜੋਤ ਨਾਲ ਜੁੜ ਗਿਆ ਤਾਂ ਜੋਤ ਤੇਰੇ ਹਿਰਦੇ 'ਚ ਵੀ ਹੈਗੀ ਹੈ। ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਅੱਗੇ ਜਾਤ ਨਾ ਹੈ। ਸੱਚਖੰਡ ਵਿੱਚ ਜਾਤ ਨਹੀਂ ਜਾਂਦੀ, ਸੱਚਖੰਡ 'ਚ ਸਰੀਰ ਨਹੀਂ ਜਾਂਦੇ, ਕਿਉਂਕਿ ਉੱਥੇ ਮਾਇਆ ਨਹੀਂ ਜਾਂਦੀ, ਐਂਟਰੀ ਹੋਈ ਨਹੀਂ ਸੱਚਖੰਡ ਵਿੱਚ ਮਾਇਆ ਨੂੰ। ਤਾਂ ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ। ਸਰੀਰ ਨਾਲ ਸੰਬੰਧਿਤ ਜੋ ਵੀ ਕੁਛ ਹੈ, ਕਥਾ ਕਹਾਣੀਆਂ ਸਾਖੀਆਂ, ਜੋ ਵੀ ਕੁਛ ਹੈ, ਉਹ ਸਾਰਾ ਜੰਜਾਲ ਹੀ ਹੈ। ਪਰ ਜੋਤ ਨਾਲ ਜੋ ਸੰਬੰਧਿਤ ਹੈ ਉਹ ਨਿਰਾਲਾਪਣ ਹੈ, ਉਹ ਸੱਚ ਹੈ। ਗੁਰਬਾਣੀ ਜੋਤ ਦੀ ਗੱਲ ਕਰਦੀ ਹੈ। ਗੁਰਬਾਣੀ ਨੇ ਸਪਸ਼ਟ ਲਿਖਿਆ ਹੈ ਕਿ ਜਾਣੋ ਜੋਤ, ਇਹਦਾ ਮਤਲਬ ਜੋਤ ਨੂੰ ਜਾਣੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਨੂੰ ਕਿਹਾ ਵੀ ਤੂੰ ਜਾਣ ਬਈ ਆਪਣੇ ਆਪ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਹ ਕਾਜ ਸਵਾਰਨ ਵਾਸਤੇ ਆਇਆ ਤੂੰ। ਆਤਮਾ ਪ੍ਰਾਤਮਾ ਇੱਕ ਕਰਨੀਆਂ ਨੇ, ਕਾਜ ਸਵਾਰਨਾ। ਮਨ ਨੂੰ ਆਖਿਆ ਥਿਰ ਘਰ ਵੈਸੋ ਹਰ ਜਨ ਪਿਆਰੇ, ਤੂੰ ਟਿਕ ਕੇ ਤਾਂ ਬੈਠ। ਜਦੋਂ ਤੂੰ ਟਿਕੇਗਾ ਸਤਿਗੁਰ ਤੁਮਰੇ ਕਾਜ ਸਵਾਰੇ, ਜਿਹੜੀ ਸੱਚ ਦੀ ਸੋਝੀ ਹੈ, ਜਿਹਨੇ ਤੇਰਾ ਕਾਜ ਸਵਾਰਨਾ, ਉਹ ਤੈਨੂੰ ਮਿਲ ਜਾਣੀ ਹੈ। ਪਰ ਜੇ ਤੂੰ ਟਿਕੇਗਾ ਤਾਂ ਹੀ ਹੈ ਨਾ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਪਾਤਸ਼ਾਹ ਕਹਿੰਦੇ ਰਾਮ ਨਾਮ ਲਿਖ। ਇੱਥੋਂ ਅਸੀਂ ਬਹੁਤ ਵੱਡੀ ਮਿਸਟੇਕ ਹੋਈ ਹੈ ਸਾਤੋਂ, ਕਿ ਜਿਹੜਾ ਰਾਮ ਹੈ ਇਹ ਤਾਂ ਖੁਦ ਆਪਣੇ ਆਪ 'ਚ ਹੀ ਨਾਮ ਹੈ। ਇਹੀ ਤਾਂ ਭਰਮ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਤੋੜਿਆ ਕਿ ਰਾਮ ਨਾਮ ਜਪਣਾ, ਰਾਮ ਰਾਮ ਨਹੀਂ ਜਪਣਾ। ਜੇ ਤਾਂ ਰਾਮ ਰਾਮ ਹੀ ਜਪਣਾ ਸੀ, ਉਸ ਵੇਲੇ ਵੀ ਜਪਿਆ ਜਾ ਰਿਹਾ ਸੀ, ਫਿਰ ਤਾਂ ਉਹਨਾਂ ਨੂੰ ਗੁਰਬਾਣੀ ਕੰਡੈਮ ਨਾ ਕਰਦੀ। ਉਹਨਾਂ ਨੂੰ ਤਾਂ ਗੁਰਬਾਣੀ ਨੇ ਕੰਡੈਮ ਕੀਤਾ, ਕੱਟਿਆ ਕਿ ਰਾਮ ਰਾਮ ਕਰਤਾ ਸਭ ਜਗ ਫਿਰੇ, ਵੀ ਸਾਰਾ ਸੰਸਾਰ ਹੀ ਰਾਮ ਰਾਮ ਕਰੀ ਜਾ ਰਿਹਾ, ਪਰ ਰਾਮ ਨਾ ਪਾਇਆ ਜਾਏ। ਪਰ ਜਦੋਂ ਰਾਮ ਬਾਰੇ ਕੁਝ ਪੁੱਛਿਆ ਜਾਂਦਾ ਫਿਰ ਕੋਈ ਨਹੀਂ ਬੋਲਦਾ, ਫਿਰ ਸਾਰੇ ਚੁੱਪ ਨੇ, ਪਰ ਜਪਦੇ ਹੈਗੇ। हे ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ, ਤੂੰ ਵੀ ਕੁਛ ਇਸ ਤਰ੍ਹਾਂ ਹੀ ਤਾਂ ਨਹੀਂ ਕਰ ਰਿਹਾ। ਇਹ ਪੰਗਤੀ ਤੇਰੇ ਤੇ ਵੀ ਲਾਗੂ ਹੋਣੀ ਹੈ। ਇੱਥੇ ਤਾਂ ਭਾਵੇਂ ਰੌਲਾ ਰੌਲਾ ਪੈ ਜਾਵੇ, ਪਰ ਸੱਚੇ ਦੀ ਦਰਗਾਹ ਦੇ ਵਿੱਚ ਨਹੀਂ ਰੌਲਾ ਪੈਣ ਦੇਣਾ। ਉੱਥੇ ਤਾਂ ਸੱਚੋ ਹੀ ਸੱਚ ਨੇ ਬੜਾ ਚੁਣ ਵੱਖ ਕੱਢੇ ਜਜਮਾਲੇ, ਉਹਨੇ ਤਾਂ ਵੱਖ ਕੱਢ ਲੈਣਾ। ਖਰੇ ਖਜ਼ਾਨੇ ਪਾਈ ਆ, ਖੋਟੇ ਸੱਟੀ ਆ, ਬਾਹਰ ਬਾਹਰ ਹੈ। ਉਸ ਤੇ ਜਿਨ੍ਹਾਂ ਨੇ ਸ਼ੁੱਧ ਜਿਹੜਾ ਰਾਮ ਹੈ ਉਹਨੇ ਨਾਮ ਜਪਣਾ ਹੈ। ਖੁਦ ਰਾਮ ਨੇ ਨਾਮ ਜਪਣਾ ਹੈ, ਪਰ ਅਸੀਂ ਰਾਮ ਨਾਮ ਜਪਦੇ ਹਾਂ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਏ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੂੰ ਤਾਂ ਜਾਣਿਆ ਹੀ ਨਹੀਂ। ਔਰ ਨਾਮ ਦੇ ਵਿੱਚ ਐਡੀ ਵੱਡੀ ਸਮਰੱਥਾ ਹੈ ਵੀ ਜਿਹੜਾ ਨਾਮ ਜਪਦਾ ਉਹਦੇ ਅੰਦਰ ਹਉਮੈ ਨਹੀਂ ਹੁੰਦੀ। ਦੀਵਾ ਵਲੇ ਹਨੇਰਾ ਜਾਏ, ਜਿੱਥੇ ਦੀਵਾ ਜਗੇ ਉੱਥੇ ਹਨੇਰਾ ਨਹੀਂ ਹੋ ਸਕਦਾ। ਵੇਦ ਪਾਠ ਮਤ ਪਾਪਾਂ ਖਾਏ, ਜਿੱਥੇ ਵੇਦ ਦਾ ਪਾਠ ਆ, ਭਾਵ ਕਿ ਆਤਮਿਕ ਸੁਗਿਆਨ ਹੈ, ਉੱਥੇ ਭਾਣੇ ਦਾ ਵਿਰੋਧ ਨਹੀਂ ਹੋ ਸਕਦਾ। ਪਾਪ ਹੁੰਦਾ ਭਾਣੇ ਦਾ ਵਿਰੋਧ ਕਰਨਾ। ਸੱਚਖੰਡ ਤੋਂ ਸੰਸਾਰ 'ਚ ਪਾਪ ਪੁੰਨ ਹੋਰ ਹੈ, ਦਰਗਾਹ ਦੇ ਵਿੱਚ ਪਾਪ ਪੁੰਨ ਹੋਰ ਗਿਣਿਆ ਜਾਂਦਾ ਹੈ। ਦਰਗਾਹ ਦੇ ਵਿੱਚ ਪਾਪ ਪੁੰਨ ਆਤਮਾ ਦੇ ਲੈਵਲ 'ਤੇ, ਕਿਉਂਕਿ ਦਰਗਾਹ ਦੇ ਵਿੱਚ ਆਤਮਾ ਨੇ ਪੇਸ਼ ਹੋਣਾ। ਸੰਸਾਰ ਦੇ ਵਿੱਚ ਸਰੀਰ ਕਰਕੇ ਪਾਪ ਪੁੰਨ ਗਿਣਿਆ ਜਾਂਦਾ, ਕਿਉਂਕਿ ਸੰਸਾਰ 'ਚ ਸਰੀਰ ਦੀਂਦਾ।
ਦੋ ਵੱਖੋ ਵੱਖਰੀਆਂ ਆਇਡੈਂਟੀਆਂ ਨੇ। ਸੰਸਾਰ ਦਾ ਨਾਮ ਵੀ ਹੋਰ ਹੈ, ਦਰਗਾਹ ਦਾ ਨਾਮ ਵੀ ਹੋਰ ਹੈ। ਦਰਗਾਹ ਵਾਲੇ ਨਾਮ ਬਾਰੇ ਤਾਂ ਗੁਰਬਾਣੀ ਕਹਿੰਦੀ ਹੈ, ਨਾਨਕ ਨਾਮ ਮਿਲੇ ਤਾਂ ਜੀਵਾਂ, ਵੀ ਜੇ ਉਹ ਨਾਮ ਮਿਲੂਗਾ ਤਾਂ ਮੈਂ ਜਿਉਣਾ। ਤੇ ਸੰਸਾਰ ਦੇ ਅੰਦਰ ਦੁਨੀਆ ਸਾਰੀ ਨਾਮ ਜਪਦੀ ਹੈ ਤੇ ਕਿਸੇ ਨੂੰ ਕੋਈ ਸੋਝੀ ਨਹੀਂ ਹੈ। ਗੁਰਬਾਣੀ ਕਹਿੰਦੀ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ। ਤੂੰ ਕਿਸੇ ਨੂੰ ਉਪਦੇਸ਼ ਨਾ ਦੇ, ਸਵੈਮ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਕਿ ਤੂੰ ਕਿਹੜਾ ਨਾਮ ਜਪਦਾ ਬਈ, ਕੀ ਤੇਰੇ ਅੰਦਰ ਹਉਮੈ ਨਹੀਂ ਹੈ। ਜੇ ਹਉਮੈ ਹੈਗੀ ਤਾਂ ਫਿਰ ਨਾਮ ਨਹੀਂ ਹੈ। ਫਿਰ ਨਾਮ ਲਈ ਤਰਲਾ ਕਰ, ਫਿਰ ਲਿਖ ਰਾਮ ਨਾਮ, ਕਿ ਜੋ ਹਿਰਦੇ 'ਚ ਰਾਮ ਬੈਠਾ ਉਹਦੇ ਬਾਰੇ ਕੁਛ ਲਿਖ, ਉਹਦਾ ਨਾਮ ਲਿਖ। ਨਾਮ ਹੁੰਦਾ ਗਿਆਨ, ਜਿਹੜਾ ਭਵ ਸਾਗਰ ਦੇ ਵਿੱਚੋਂ ਅਸੀਂ ਪ੍ਰਾਪਤ ਕਰਨਾ, ਮਾਇਆ ਦੇ ਵਿੱਚੋਂ ਉਸ ਰਾਮ ਨੇ ਗਿਆਨ ਪ੍ਰਾਪਤ ਕਰਨਾ। ਉਸ ਰਾਮ ਦੀ ਖੁਰਾਕ ਗਿਆਨ ਹੈ। ਜਿੰਨਾ ਉਹ ਗਿਆਨ ਪ੍ਰਾਪਤ ਕਰੂਗਾ ਉਨਾ ਹੀ ਰਾਮ ਤਾਕਤਵਰ ਬਣੂਗਾ, ਉਨੀਓ ਹੀ ਬੁੱਧ ਬਲ ਵਧੂਗਾ। ਜਿੰਨਾ ਬੁੱਧ ਬਲ ਸਟਰੋਂਗ ਹੋਊਗਾ ਉਨਾ ਹੀ ਮਾਇਆ ਨੂੰ ਘੇਰ ਸਕਦਾ ਹੈ। ਮਨ ਨੂੰ ਘੇਰ ਕੇ ਰੱਖੋ, ਮਾਇਆ ਤੋਂ ਦੂਰ ਲੈ ਕੇ ਜਾਊਗਾ। ਜਦੋਂ ਮਨ ਮਾਇਆ ਚੋਂ ਬਾਹਰ ਕੱਢ ਲਿਆ, ਫਿਰ ਜਿਹੜਾ ਦਰਗਾਹ ਵਾਲਾ ਨਾਮ ਹੈ, ਸੱਚਖੰਡ ਦਾ ਨਾਮ ਹੈ, ਜਿਹੜਾ ਹੁਕਮ ਹੈ, ਉਹ ਇਹਨੂੰ ਸੁਣਦਾ ਹੈ। ਬਸ ਉਹ ਸੁਣਨ ਦੀ ਦੇਰ ਹੈ ਤੇ ਸਾਰਾ ਕੁਛ ਇਹਦੇ ਸਾਹਮਣੇ ਆ ਜਾਂਦਾ। ਫਿਰ ਸਭ ਕੁਛ ਪ੍ਰਤੱਖ ਹੈ। ਫਿਰ ਕੋਈ ਰਾਤ ਨਹੀਂ ਹੈ, ਕੋਈ ਭਰਮ ਨਹੀਂ ਹੈ, ਕੋਈ ਹਨੇਰਾ ਨਹੀਂ ਹੈ। ਪਰ ਜਿੰਨਾ ਚਿਰ ਰਾਮ ਨਾਮ ਦੀ ਨਹੀਂ ਸੋਝੀ ਆਈ, ਉਨਾ ਚਿਰ ਫਿਰ ਕੀ ਹੈ? ਪਾਤਸ਼ਾਹ ਕਹਿੰਦੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਹੇ ਮੇਰੇ ਮਨਾ, ਹੁਣ ਤੂੰ ਪਾਂਡਾ, ਤੂੰ ਵੀ ਤਾਂ ਪਾਂਡਾ ਹੀ ਹੈ। ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀਨ, ਅੰਤ ਕਾਲ ਕਾਤੀ ਕਟਿਓ ਵਾਸਨਾ ਰਕਮੋ ਲੀਨ। ਇਹ ਤੈਨੂੰ ਆਰਡਰ ਕਰਦੀ ਹੈ ਗੁਰਬਾਣੀ ਕਿ ਸੁਣੀ, ਹੇ ਪਾਂਡੇ ਹੇ ਮਨਾ ਗੱਲ ਸੁਣੀ, ਕਿਆ ਲਿਖੋ, ਕੀ ਲਿਖਿਆ ਹੁਣ ਤੱਕ ਤੂੰ? ਹਾਂ ਜੰਜਾਲ ਲਿਖਿਆ ਹੈ ਸਾਰਾ ਕੁਝ, ਪਰ ਜੋ ਗੱਲ ਗੁਰਬਾਣੀ ਕਹਿੰਦੀ ਉਹ ਤਾਂ ਤੂੰ ਲਿਖਿਆ ਨਹੀਂ ਹੈਗੀ। ਗੁਰਬਾਣੀ ਕੀ ਕਹਿੰਦੀ? ਕਹਿੰਦੀ ਲਿਖ। ਤੂੰ ਆਪਣੇ ਅੰਦਰ ਇਹ ਗੱਲ ਦੀ ਦ੍ਰਿੜਤਾ ਕਰ, ਸੋਝੀ ਕਰ ਕਿ ਜਿਹੜਾ ਤੇਰਾ ਮੂਲ ਰਾਮ ਹੈ। ਸਭੇ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰਹਿ। ਜਿਹੜਾ ਰਾਮ ਬੋਲਦਾ ਨਾ ਹਿਰਦੇ 'ਚ ਬੈਠਾ, ਉਹਨੂੰ ਸਮਝ ਕਿ ਉਹ ਕੌਣ ਹੈ। ਰਾਮ ਚੇਤਨ ਸਰੂਪ ਹੈ, ਸੁੰਦਰ ਸਰੂਪ ਹੈ। ਉਹਦਾ ਸੁਗਿਆਨ ਪ੍ਰਾਪਤ ਕਰ। ਉਹਦਾ ਸੁਗਿਆਨ ਪ੍ਰਾਪਤ ਹੋਣਾ ਗੁਰਬਾਣੀ ਤੋਂ, ਤੇ ਜਾਂ ਜਿਹਨੇ ਆਪਣੇ ਹਿਰਦੇ ਅੰਦਰ ਸ਼ਬਦ ਗੁਰੂ ਪ੍ਰਗਟ ਕੀਤਾ ਹੋਇਆ। ਗੁਰਮੁਖੀ ਗੋਪਾਲਾ, ਉਹ ਸੁਗਿਆਨ ਸਭ ਤੋਂ ਸ੍ਰੇਸ਼ਟ ਹੈ। ਜਿਹੜਾ ਗੋਪਾਲਾ, ਜਿਹੜਾ ਬੁੱਧੀ ਨੂੰ ਪਾਲਦਾ, ਜਿਹੜਾ ਬੁੱਧ ਵੱਲ ਨੂੰ ਵਧਾਉਂਦਾ, ਜਿਹੜਾ ਨਿਰਭਉ ਕਰਦਾ, ਜਿਹੜਾ ਨਿਰਵੈਰ ਕਰਦਾ, ਜਿਹੜਾ ਅਕਾਲ ਮੂਰਤ ਬਣਾਉਂਦਾ, ਜਿਹੜਾ ਅਜੂਨੀ ਬਣਾਉਂਦਾ, ਜੂਨੀ ਤੋਂ ਅਜੂਨੀ ਬਣਾ ਦੇਵੇ। ਉਸ ਸੁਗਿਆਨ ਦੀ ਸੋਝੀ ਪ੍ਰਾਪਤ ਕਰ, ਤਾਂ ਤੇਰਾ ਜੀਵਨ ਸਫਲ ਹੋਵੇਗਾ। ਸੋ ਇੱਥੋਂ ਤੱਕ ਇੱਕ ਓਅੰਕਾਰ ਦੀ ਜੋ ਵਿਆਖਿਆ, ਜਿੰਨੀ ਕੁ ਸੋਝੀ ਗੁਰਬਾਣੀ ਨੇ ਦਿੱਤੀ, ਆਪਾਂ ਨੇ ਰਲ ਕੇ ਕੀਤੀ ਹੈ। ਫਿਰ ਵੀ ਜੇ ਕਿਸੇ ਗੁਰਮੁਖ ਵੀਰ ਨੂੰ ਇਸ ਤੋਂ ਵੀ ਵੱਧ ਕੇ ਹੋਰ ਸੋਝੀ ਹੈਗੀ ਤਾਂ ਮੇਰੇ ਨਾਲ ਜ਼ਰੂਰ ਸਾਂਝ ਪਾਵੇ, ਤੇ ਮੈਂ ਗੁਰਬਾਣੀ ਦੇ ਪੱਖ ਤੋਂ ਹਰ ਇੱਕ ਨਾਲ ਵਿਚਾਰ ਕਰਨ ਲਈ ਹਾਜ਼ਰ ਹਾਂ। ਗੁਰਬਾਣੀ ਤੋਂ ਬਾਹਰੋਂ ਨਹੀਂ ਮੈਂ ਕਰ ਸਕਦਾ, ਤੇ ਨਾ ਕੋਈ ਮੇਰਾ ਆਪਣਾ ਨਿੱਜੀ ਤਜਰਬਾ ਹੈ। ਮੈਂ ਤਾਂ ਸਿਰਫ ਉਹ ਗੱਲ ਜ਼ਰੂਰ ਕਹਿੰਦਾ ਹਾਂ ਜੋ ਗੁਰਬਾਣੀ 'ਚ ਲਿਖਿਆ ਹੋਇਆ। ਸੋ ਲਿਖਤ ਨੂੰ ਜਿੰਨਾ ਕੁ ਮੈਂ ਵਿਚਾਰਦਾ ਗੁਰ ਕਿਰਪਾ ਦੁਆਰਾ, ਉਨੀ ਕੁ ਮੈਨੂੰ ਸੋਝੀ ਆਉਂਦੀ ਹੈ, ਮੈਂ ਸਾਂਝ ਕਰਦਾ। ਔਰ ਕਿਰਪਾ ਬਹੁਤ ਹੈ, ਬਹੁਤ ਮਿਹਰ ਹੈ ਸੱਚੇ ਪਾਤਸ਼ਾਹ ਦੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸੰਗ ਸਤਿਗੁਰ ਸੰਗ ਕੀਰੇ ਹਮ ਤਾਪੇ, ਧੰਨ 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 ਜਨ ਨਾਨਕ ਕੇਰਾ। ਜਿਤ ਮਿਲੀ ਹੈ ਚੁੱਕੇ ਸਭ ਸੋਗ ਸੰਤਾਪੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।